ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨੀ ਸੰਘਰਸ਼ ਦੀ ਅਗਲੀ ਰਣਨੀਤੀ ਬਾਰੇ। ਪਰ ਇਸ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਭੀਮਾ ਕੋਰੇਗਾਂਵ ਕੇਸ ਬਾਰੇ, ਜਿਸ ਵਿੱਚ 1.5 ਦਰਜਨ ਦੇ ਕਰੀਬ ਬੁੱਧੀਜੀਵੀ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੈਠੇ ਨੇ, ਬੰਦ ਕਰੇ ਹੋਏ ਨੇ। ਇਸ ਕੇਸ ਵਿੱਚ ਜਿਹੜਾ ਹੈ ਇੱਕ ਰਿਪੋਰਟ ਸਾਹਮਣੇ ਆਈ ਹੈ ਜੋ ਕਿ ਇਹ ਸਾਰੀ ਸਾਜ਼ਿਸ਼ ਬਾਰੇ ਇੱਕ ਰਿਪੋਰਟ ਜਿਹੜੀ ਹੈਗੀ ਬੇਪਰਦ ਕਰਦੀ ਹੈ। ਸਾਡੇ ਨਾਲ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ 'ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਪਹਿਲਾਂ ਅਸੀਂ ਰਿਪੋਰਟ 'ਤੇ ਆਉਣ ਤੋਂ ਪਹਿਲਾਂ ਅਸੀਂ ਇਹ ਜਾਣਨਾ ਚਾਹਾਂਗੇ ਭੀਮਾ ਕੋਰੇਗਾਂਵ ਕੇਸ ਕੀ ਹੈ, ਇਹ ਪੂਰਾ ਮਾਮਲਾ ਕੀ ਹੈ, ਇਹ 'ਚ ਕਿੰਨੇ ਕੁ ਜਣੇ ਜਿਹੜੇ ਆ ਹੁਣ ਤੱਕ ਗ੍ਰਿਫਤਾਰ ਕੀਤੇ ਗਏ ਨੇ ਤੇ ਉਹ ਕੌਣ-ਕੌਣ ਨੇ? ਅਸਲ ਦੇ ਵਿੱਚ ਇਹ ਮਾਮਲਾ ਕਾਫੀ ਪ੍ਰਚਲਿਤ ਮਾਮਲਾ, 2 ਸਾਲ ਹੋ ਗਏ ਨੇ, 2 ਤੋਂ ਵੀ ਜ਼ਿਆਦਾ ਹੀ ਹੋ ਗਏ। ਜਨਵਰੀ 2018 ਦੇ ਵਿੱਚ ਇੱਕ ਉੱਥੇ ਦਲਿਤਾਂ ਦਾ ਇੱਕ ਬੜਾ ਵੱਡਾ ਇੱਕ ਜੰਗ ਹੋਈ ਸੀ ਪੁਰਾਣੇ ਸਮੇਂ 'ਚ, ਮਰਾਠਿਆਂ ਤੇ ਦਲਿਤਾਂ ਦੀ। 200 ਸਾਲਾ ਉਹ ਇੱਕ ਸ਼ਤਾਬਦੀ ਮਨਾ ਰਹੇ ਸੀਗੇ। ਉਸ ਸ਼ਤਾਬਦੀ ਦੇ ਦੌਰਾਨ ਇੱਕ ਆਪਸ ਦੇ ਵਿੱਚ ਕਲੈਸ਼ ਹੋਇਆ ਅਤੇ ਲੋਕ ਇਹ ਵੀ ਕਹਿੰਦੇ ਨੇ ਵੀ ਉਹ ਵੀ ਯੋਜਨਾਬੱਧ ਸੀ ਇੱਕ ਤਰੀਕੇ ਦੇ ਨਾਲ ਹੋਇਆ ਅਸਲ ਦੇ ਵਿੱਚ, ਅਤੇ ਜਿਹਦੇ 'ਚ ਕੁਝ ਹਿੰਸਾ ਹੋਈ, ਇੱਕ ਬੰਦਾ ਮਰ ਵੀ ਗਿਆ ਅਤੇ ਬਾਕੀ ਦੀ ਹਿੰਸਾ ਹੋਈ। ਉਹਦੀ ਜਾਂਚ ਪੂਨੇ ਦੀ ਪੁਲਿਸ ਕਰ ਰਹੀ ਸੀ, ਜਾਂ ਉਸ ਪੁਲਿਸ ਨੇ ਜਾਂਚ ਕੀਤੀ ਕੌਣ ਹੈ ਇਹਦੇ ਪਿੱਛੇ, ਕੌਣ ਨਹੀਂ ਹੈ। ਔਰ ਕਿਹਾ ਇਹ ਜਾ ਰਿਹਾ ਸੀ ਕਿ ਉਦੋਂ ਵੀ ਕਿ ਜਿਹੜੇ ਬੰਦਿਆਂ ਨੇ, ਖਾਸ ਤੌਰ 'ਤੇ ਉਹ RSS ਦਾ BJP ਸਾਈਡ ਦੇ ਬੰਦੇ ਸੀ, ਜਿਨ੍ਹਾਂ ਨੇ ਉਕਸਾਹਟ ਪੈਦਾ ਕੀਤੀ ਅਤੇ ਜਿਨ੍ਹਾਂ ਨੇ ਉਹਨਾਂ ਨੂੰ ਆਪਣਾ ਪੀਸਫੁਲ ਪ੍ਰੋਗਰਾਮ ਨਹੀਂ ਕਰਨ ਦਿੱਤਾ। ਔਰ ਕਈ ਕਾਰਕੁਨ ਜਿਹੜੇ ਕਬਾਇਲੀਆਂ ਦੇ ਵਿੱਚ, ਜਿਹੜੇ ਦਲਿਤਾਂ ਦੇ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਨੇ, ਉਹਨਾਂ ਨੇ ਵੀ ਉਹਦੇ 'ਚ ਹਿੱਸੇਦਾਰ ਬਣਨਾ ਸੀ। ਅਤੇ ਉਹ ਸਾਰਾ ਮਤਲਬ ਪ੍ਰੋਗਰਾਮ ਦੇ ਵਿੱਚ ਜਿਹੜੀ ਹਿੰਸਾ ਜਦੋਂ ਆਈ ਤਾਂ ਇੱਕ ਜਾਂਚ ਇਸ ਪੱਖ ਤੋਂ ਸ਼ੁਰੂ ਹੁੰਦੀ ਫਿਰ ਜਾਂਚ ਇਹ ਇੱਥੋਂ ਤੱਕ ਚਲੀ ਗਈ ਕਿ ਇੱਕ ਸਭ ਦੇ ਸਾਹਮਣੇ ਮਾਮਲਾ ਇੱਕ ਲਿਆਂਦਾ ਗਿਆ ਕਿ ਅਸਲ ਦੇ ਵਿੱਚ ਮਾਮਲਾ ਜਿਵੇਂ ਰਾਜੀਵ ਗਾਂਧੀ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਸੀ, ਉਹਨਾਂ ਦਾ ਕਤਲ ਜਿਵੇਂ ਹੋਇਆ ਸੀ, ਉਸ ਤਰੀਕੇ ਦੀ ਇੱਕ ਸਾਜ਼ਿਸ਼ ਰਚ ਰਹੇ ਨੇ ਕੁਝ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਤਲ ਦੀ। ਅਤੇ ਇਹਦੇ ਤਹਿਤ ਚਲਦੇ ਫਿਰ ਉਹ ਪਹਿਲਾਂ ਤਾਂ ਜਾਂਚ ਪੂਨੇ ਦੀ ਪੁਲਿਸ ਕੋਲ ਰਹੀ, ਫਿਰ ਉਹ ਜਾਂਚ NIA ਕੋਲ ਸ਼ਿਫਟ ਹੋ ਗਈ। ਜਦੋਂ ਦਾ ਅਮੈਂਡ ਹੋ ਕੇ ਸਾਰਾ ਕੁਛ NIA ਦੇ ਕੋਲ ਗਿਆ, ਉਸ ਦੇ ਵਿੱਚੋਂ ਫਿਰ ਸਭ ਤੋਂ ਪਹਿਲੇ ਜਿਹੜੇ ਅਰੈਸਟ ਕਰਨ ਵਾਲੇ ਮਾਮਲਿਆਂ ਦੇ ਵਿੱਚੋਂ ਸੀ, ਹੁਣ 16 ਬੰਦੇ ਉਹਦੇ 'ਚ ਗ੍ਰਿਫਤਾਰ ਕੀਤੇ ਗਏ, ਜਿਹਦੇ 'ਚ ਵੱਡੇ ਨਾਮ ਨੇ, ਜਿਹਦੇ 'ਚ ਬਜ਼ੁਰਗ ਵੀ ਨੇ ਅਤੇ ਬਾਕੀ ਨੋਰਾ ਵਿਲਸਨ ਇੱਕ ਐਕਟਿਵਿਸਟ ਵਕੀਲ ਜਿਹੜੇ ਉਸ ਦੇ ਵਿੱਚ ਸੀ, ਸੁਧਾ ਭਾਰਦਵਾਜ, ਤੇਲ ਤੁੰਬੜੇ, ਪ੍ਰੋਫੈਸਰ ਤੇਲ ਤੁੰਬੜੇ, ਔਰ ਇਸੇ ਤਰ੍ਹਾਂ ਵਰਵਰਾ ਰਾਓ ਵਰਗੇ ਜਿਹੜੇ ਵੀ ਅਲੱਗ-ਅਲੱਗ ਕਿਸਮ ਦੇ ਵੱਡੇ ਬੰਦੇ ਮੰਨੇ ਜਾਂਦੇ ਸੀ। ਕੋਈ ਕਵੀ ਹੈ, ਕੋਈ ਵਕੀਲ ਹੈ, ਕੋਈ ਮਤਲਬ ਸਿੱਖਿਆ ਸ਼ਾਸਤਰੀ ਹੈ, ਜਿਹੜੇ ਲੋਕਾਂ 'ਚ ਲਗਾਤਾਰ ਕੰਮ ਕਰਦੇ ਸੀ। ਉਹਨਾਂ ਦਾ ਸੰਬੰਧ ਕਿਵੇਂ ਮਾਓਵਾਦੀਆਂ ਦੇ ਨਾਲ ਹੈ, ਅਤੇ ਜਿਹੜੀ ਕਿ ਬੈਨ ਪਾਰਟੀ ਹੈ, ਰੋਕ ਲਾਈ ਹੋਈ ਹੈ, ਉਹਨਾਂ ਦੇ ਸਰਗਰਮ ਸ਼ਮੂਲੀਅਤ ਦੇ ਕਰਕੇ ਉਹ ਸਾਜ਼ਿਸ਼ ਦਾ ਕਿਵੇਂ ਹਿੱਸੇਦਾਰ ਨੇ। ਅਤੇ ਫਿਰ ਇੱਕ ਹਿੱਸੇਦਾਰੀ ਇਹ ਬਣਾਈ ਗਈ ਉਹਦੇ ਵਿੱਚ ਹੀ ਕਿ ਕਿਤੇ ਨਾ ਕਿਤੇ ਇੱਕ ਚਿੱਠੀ ਪੱਤਰ ਦਾ ਆਦਾਨ ਪ੍ਰਦਾਨ ਹੋਇਆ, ਜਿਹੜੀ ਚਿੱਠੀ ਪੱਤਰ ਦੇ ਵਿੱਚ ਇਹ ਕਿਹਾ ਗਿਆ ਕਿ ਇੰਨਾ ਹਥਿਆਰ ਚਾਹੀਦੇ ਨੇ, ਇੰਨੀ ਮਤਲਬ ਵਿਉਂਤਬੰਦੀ ਚਾਹੀਦੀ ਆ, ਉਹ ਸਾਰੀਆਂ ਚੀਜ਼ਾਂ ਦਾ ਐਲੀਗੇਸ਼ਨ ਨਿਕਲ ਆਇਆ। ਉਹਨਾਂ ਸਭ ਦੇ ਉੱਤੇ ਦੇਸ਼ ਧਰੋਹੀ ਦੇ ਮੁਕੱਦਮੇ ਨੇ। ਦੇਸ਼ ਧਰੋਹੀ ਦੇ ਮੁਕੱਦਮੇ ਹੋਣ ਦੇ ਕਰਕੇ ਉਹਨਾਂ ਦੀ ਜ਼ਮਾਨਤ ਵੀ ਨਹੀਂ ਹੋ ਰਹੀ। ਈਵਨ ਵਰਵਰਾ ਰਾਓ ਵੀ 80 ਸਾਲਾਂ ਤੋਂ ਉੱਪਰ, ਅਤੇ ਪਾਦਰੀ ਨੇ ਇੱਕ ਉਹ ਵੀ ਉਹਨਾਂ ਤੋਂ ਉੱਪਰ, ਔਰ ਕਿੰਨੇ ਹੀ ਲੋਕ ਆਪਣੇ ਮਤਲਬ ਆਪਣਾ ਕੰਮ, ਆਪਣੀਆਂ ਸਰੀਰਕ ਜਿਹੜੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਨੇ ਉਹ ਵੀ ਕਿਉਂਟਣ ਦੇ ਯੋਗ ਨਹੀਂ ਹੈ, ਪਰ ਇਹਦੇ ਬਾਵਜੂਦ ਵੀ ਉਹਨਾਂ ਨੂੰ ਜ਼ਮਾਨਤ ਨਹੀਂ ਮਿਲੀ ਔਰ ਉਹ ਲਗਾਤਾਰ ਚੱਲ ਰਹੇ ਨੇ। ਉਸੇ ਕਿਸਮ ਦਾ ਐਲੀਗੇਸ਼ਨ ਜਦੋਂ ਹੁਣ ਪ੍ਰਧਾਨ ਮੰਤਰੀ ਕੱਲ੍ਹ ਵੀ ਬੋਲੇ ਨੇ ਪਰ ਲੋਕ ਸਭਾ ਦੇ ਵਿੱਚ, ਉਹਨਾਂ ਨੇ ਲਗਾਤਾਰ ਉਹ ਵੀ ਲਾਇਆ। ਪਹਿਲਾਂ ਇੱਕ ਸ਼ਬਦ ਚੱਲਿਆ ਸੀ ਅਰਬਨ ਨਕਸਲੀ। ਅਰਬਨ ਨਕਸਲੀ ਦੇ ਤੌਰ 'ਤੇ ਹੀ ਇਹਨਾਂ ਸਾਰਿਆਂ ਨੂੰ ਲਿਆ ਗਿਆ ਸੀ ਕਿ ਅਰਬਨ ਨਕਸਲੀ ਨੇ ਅਤੇ ਇਹ ਮਤਲਬ ਗੁੰਮਰਾਹ ਕਰ ਰਹੇ ਨੇ, ਪ੍ਰਚਾਰ ਕਰ ਰਹੇ ਨੇ, ਮਾਓਵਾਦ ਦੀ ਜਿਹੜੀ ਉਹ ਹੈ ਵਿਚਾਰਧਾਰਾ ਉਹਨੂੰ ਪ੍ਰਫੁੱਲਿਤ ਕਰ ਰਹੇ ਨੇ, ਲੋਕਾਂ ਨੂੰ ਸਟੇਟ ਦੇ ਖਿਲਾਫ ਭੜਕਾ ਰਹੇ ਨੇ, ਉਹ ਸਾਰਾ ਕੁਛ ਸੀ। ਔਰ ਉਹਦੇ ਨਾਲ ਚੱਲਦੇ ਫਿਰ ਅਰਬਨ ਨਕਸਲ ਤੋਂ ਇਹ ਮਾਓਵਾਦ ਜਾਂ ਬਾਕੀ ਦੇਸ਼ ਧਰੋਹੀ ਦੇ ਤੱਕ ਮਾਮਲਾ ਚਲਾ ਗਿਆ। ਅਤੇ ਹੁਣ ਵੀ ਉਹ 16 ਦੇ 16 ਜਿਹੜੇ ਬੰਦੇ ਬੰਦ ਨੇ। ਅਤੇ ਜਦੋਂ ਕਿਸਾਨਾਂ ਦੇ ਮੂਵਮੈਂਟ 'ਤੇ ਵੀ ਆਇਆ ਕਿ ਇਹ ਉਹਨਾਂ ਦੀਆਂ ਤਖਤੀਆਂ ਲੈ ਕੇ ਉਹਨਾਂ ਨੂੰ ਰਿਹਾ ਕਰਨ ਦੀ ਗੱਲ ਕਰਦੇ ਨੇ, ਟਿੱਕਰੀ ਬਾਰਡਰ ਦੇ ਉੱਤੇ ਜਿਹੜੇ
ਬੀਕੇ ਜੋ ਗਰਾਹਾਂ ਗਰੁੱਪ ਨੇ ਉਦੋਂ ਇੱਕ ਵਾਰ ਮਨੁੱਖੀ ਅਧਿਕਾਰਾਂ ਦੇ ਦਿਨ ਦੇ ਉੱਤੇ ਗੱਲ ਕੀਤੀ ਸੀ ਇਸ ਪੱਧਰ ਦੇ ਉੱਤੇ, ਉਦੋਂ ਇਹਨੂੰ ਪ੍ਰਚਾਰ ਦੇ ਵਿੱਚ ਲਿਆਂਦਾ ਗਿਆ ਸੀ। ਤੇ ਇਹ ਵੱਡਾ ਮਾਮਲਾ ਜਿਹੜਾ ਉਦੋਂ ਤੋਂ ਹੀ ਚੱਲਦਾ ਆ ਰਿਹਾ ਕਿ ਕਿਸੇ ਦੇਸ਼ ਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਕੰਮ ਕਰਨ ਵਾਲੇ ਲੋਕ ਜਿਹੜੇ ਪੀਸਫੁਲ ਨੇ, ਜੇ ਉਹ ਹਿੰਸਾ ਨਹੀਂ ਫੈਲਾਉਂਦੇ, ਜੇ ਸੰਵਿਧਾਨ ਉਹਨਾਂ ਨੂੰ ਇਜਾਜ਼ਤ ਦਿੰਦਾ, ਸੁਪਰੀਮ ਕੋਰਟ ਉਹਨਾਂ ਨੂੰ ਦੇ ਜੱਜਮੈਂਟਾਂ ਉਹਨਾਂ ਨੂੰ ਇਜਾਜ਼ਤ ਦਿੰਦੀਆਂ ਨੇ, ਤਾਂ ਇਹ ਵਤੀਰਾ ਸਰਕਾਰ ਦਾ ਉਹਨਾਂ ਪ੍ਰਤੀ ਕਿਉਂ ਹੈ? ਇਹ ਡਿਬੇਟ ਦਾ ਸਵਾਲ ਲਗਾਤਾਰ ਚੱਲਦਾ ਆ ਰਿਹਾ ਜੀ। ਹਮੀਰ ਸਿੰਘ ਜੀ, ਇਹ ਸਾਜ਼ਿਸ਼ ਜਿਹੜੀ ਸਾਜ਼ਿਸ਼ ਤਹਿਤ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਇਸ ਸਾਜ਼ਿਸ਼ ਨੂੰ ਬੇਪਰਦ ਕਰਨ ਲਈ ਜਿਹੜੀ ਹੈ ਇਹ ਰਿਪੋਰਟ ਸਾਹਮਣੇ ਆਈ ਹੈ। ਅਸੀਂ ਜਾਣਨਾ ਚਾਹਾਂਗੇ ਵੀ ਕਿ ਇਹ ਰਿਪੋਰਟ ਦੇ ਵਿੱਚ ਕੀ ਕੁਝ ਹੈ। ਪਲੀਜ਼ ਇਹ ਸਾਡੇ ਦਰਸ਼ਕਾਂ ਨਾਲ ਜਿਹੜੀ ਹੈ ਸਾਂਝੀ ਕਰੋ। ਅਸਲ ਦੇ ਵਿੱਚ ਜਿਹੜਾ ਨੋਰਾ ਵਿਲਸਨ ਜਿਹੜੇ ਕਾਰਕੁਨ ਨੇ, ਵਕੀਲ ਨੇ, ਉਹਨਾਂ ਦੇ ਵਕੀਲ ਨੇ ਮੁੰਬਈ ਹਾਈ ਕੋਰਟ ਦੇ ਵਿੱਚ ਇੱਕ ਮਤਲਬ ਅਰਜੀ ਦੇ ਕੇ ਇਹ ਮੰਗ ਕੀਤੀ ਹੈ ਕਿ ਕਿਉਂਕਿ ਇੱਕ ਹੁਣ ਰਿਪੋਰਟ ਆ ਗਈ। ਉਹ ਰਿਪੋਰਟ ਕੀ ਹੈ? ਉਹ ਰਿਪੋਰਟ ਇਹ ਹੈ, ਉਹਨੇ ਪਹਿਲਾਂ ਹੀ ਅਦਾਲਤ ਦੇ ਵਿੱਚੋਂ ਹੀ ਮੰਗ ਕੀਤੀ ਸੀ ਕਿ ਇਹ ਇੱਕ ਸਾਜ਼ਿਸ਼ ਹੈ, ਇਹਦੀ ਨਿਰਪੱਖ ਜਾਂਚ ਕਰਾਈ ਜਾਣੀ ਚਾਹੀਦੀ ਹੈ। ਇੱਕ ਅਮਰੀਕਾ ਆਧਾਰਿਤ ਇੱਕ ਕੰਪਨੀ ਹੈ ਤੇ ਫਰਮ ਹੈ ਜਿਹੜੀ ਸਾਈਬਰ ਕ੍ਰਾਈਮ ਨਾਲ ਜੁੜੇ ਹੋਏ ਜਿਹੜੇ ਹਾਰਡ ਡਿਸਕਾਂ ਤੋਂ ਜੋ ਵੀ ਡਾਟਾ ਉਹਨਾਂ ਦੇ ਬਾਰੇ ਐਨਾਲਿਸਿਸ ਕਰਦੀ ਹੈ ਤੇ ਉਹਨਾਂ ਬਾਰੇ ਵਿਸ਼ਲੇਸ਼ਣ ਕਰਕੇ ਦੱਸਦੀ ਹੈ। 2009 ਦੀ ਇੱਕ ਫਰਮ ਬਣੀ ਹੋਈ ਹੈ ਤੇ ਉਹ ਫਰਮ ਦੇ ਕੋਲ ਇਹ ਭੇਜਿਆ ਗਿਆ ਤੇ ਉਦੋਂ ਬਾਅਦ ਉਹ ਫਰਮ ਦੀਆਂ ਜੋ ਫਾਈਂਡਿੰਗਸ ਆਈਆਂ, ਜੋ ਰਿਪੋਰਟ ਹੈ ਉਹਦੀ, ਉਹ ਰਿਪੋਰਟ ਬੜੀ ਸਨਸਨੀਖੇਜ ਦੇ ਰੂਪ ਦੇ ਵਿੱਚ ਪੇਸ਼ ਹੋਈ ਮੁੰਬਈ ਦੇ ਵਿੱਚ, ਜਿਹੜੀ ਉਹਨਾਂ ਨੇ ਰਿਪੋਰਟ ਪੇਸ਼ ਕਰਕੇ ਕਿਹਾ ਕਿ ਸਾਡੇ ਇਹ ਕੇਸ ਖਾਰਜ ਕਰਨਾ ਚਾਹੀਦਾ। ਕਿਉਂ ਖਾਰਜ ਕਰਨਾ ਚਾਹੀਦਾ? ਕਿਉਂਕਿ ਜੇ ਉਹ ਰਿਪੋਰਟ ਜਿਵੇਂ ਉਹ ਕੋਰਟ ਦੇ ਵਿੱਚ ਆਈ ਹੈ ਉਹ ਸੱਚੀ ਹੈ, ਉਹਦੇ ਤੱਥ ਠੀਕ ਨੇ, ਤਾਂ ਫਿਰ ਇਹਦਾ ਬਹੁਤ ਵੱਡਾ ਇੱਕ ਮੋੜਾ ਕੱਟੂਗੀ ਇੱਕ ਸਾਜ਼ਿਸ਼। ਜਿਹੜੇ ਬੰਦਿਆਂ ਨੂੰ ਸਾਜ਼ਿਸ਼ ਦੇ ਤਹਿਤ ਫੜਿਆ ਗਿਆ ਉਹਨਾਂ ਦੇ ਖਿਲਾਫ ਹੀ ਕਿੰਨੀ ਵੱਡੀ ਸਾਜ਼ਿਸ਼ ਹੋਈ ਹੈ, ਇਹ ਰਿਪੋਰਟ ਇਹ ਕਹਿੰਦੀ ਹੈ। ਔਰ ਜਿਹੜੀ ਉੱਥੇ ਪੇਸ਼ ਉਸ ਵਕੀਲ ਨੇ ਕੀਤੀ ਤੇ ਵਾਸ਼ਿੰਗਟਨ ਪੋਸਟ ਨੇ ਉਹਨੂੰ ਛਾਪਿਆ ਤੇ ਉਦੋਂ ਬਾਅਦ ਟੀਵੀ ਚੈਨਲਾਂ ਤੇ ਵੀ ਕੁਝ ਤੇ ਬਹਿਸ ਦੇ ਵਿੱਚ ਆਈ ਤੇ ਅਖਬਾਰਾਂ ਨੇ ਖਬਰਾਂ ਉਹਨੂੰ ਆਧਾਰ ਬਣਾ ਕੇ ਛਾਪੀਆਂ ਨੇ। ਉਹ ਖਬਰਾਂ ਉਹ ਕੀ ਹੈ? ਉਹ ਰਿਪੋਰਟ ਇਹ ਹੈ ਕਿ ਜਦੋਂ ਇਹ ਕਾਂਡ ਵਾਪਰਦਾ ਭੀਮਾ ਕੋਰੇਗਾਂਵ, ਜਾਂ ਜਦੋਂ ਇਹਨਾਂ ਦੀਆਂ ਅਰੈਸਟ ਗ੍ਰਿਫਤਾਰੀਆਂ ਹੁੰਦੀਆਂ ਨੇ ਜਿਹੜੀਆਂ ਕਾਰਕੁਨ ਜਾਂ ਜਿਹੜੇ ਅਕਾਦਮਿਸ਼ਨ ਨੇ ਜਾਂ ਜਿਹੜੇ ਬੁੱਧੀਜੀਵੀ ਨੇ, ਉਦੋਂ ਲਗਭਗ 2 ਸਾਲ ਪਹਿਲਾਂ, ਐਗਜ਼ੈਕਟ 22 ਮਹੀਨੇ ਪਹਿਲਾਂ, ਉਦੋਂ ਜਿਹੜਾ ਨੋਰਾ ਵਿਲਸਨ ਦਾ ਕੰਪਿਊਟਰ ਹੈ ਉਹਦੇ ਵਿੱਚ 10 ਚਿੱਠੀਆਂ ਜਿਹੜੀਆਂ ਕਿਤੋਂ ਹੋਰ ਹੈਕਿੰਗ ਕਰਕੇ ਟਰੈਕਿੰਗ ਕਰਕੇ ਉਹ ਪਾ ਦਿੱਤੀਆਂ ਜਾਂਦੀਆਂ ਨੇ। ਉਹ ਇਹੋ ਜਿਹੇ ਛੁਪੇ ਹੋਏ ਇੱਕ ਫਾਈਲ ਬਣਾਈ ਜਾਂਦੀ ਹੈ ਜਿਹੜੀ ਉਹਨੂੰ ਵੀ ਨਹੀਂ ਪਤਾ, ਉਹਨੇ ਵੀ ਜਦੋਂ ਤੱਕ ਗ੍ਰਿਫਤਾਰੀ ਹੋਈ ਖੋਲ੍ਹੀਆਂ ਨਹੀਂ ਸੀ ਉਹ ਜਿਹੜੀਆਂ ਚਿੱਠੀਆਂ ਸੀ। ਤੇ ਉਹ ਰਿਪੋਰਟ ਦਾ ਕਹਿਣਾ ਵੀ ਉਹਨੇ ਖੋਲ੍ਹੀਆਂ ਨਹੀਂ ਤੇ ਸਾਜ਼ਿਸ਼ ਦੇ ਤਹਿਤ ਇਹ ਚਿੱਠੀਆਂ ਇੰਜੈਕਟ ਕਰ ਦਿੱਤੀਆਂ ਗਈਆਂ, ਉਹ 'ਚ ਸ਼ਾਮਲ ਕਰ ਦਿੱਤੀਆਂ ਗਈਆਂ ਨੇ। ਤੇ ਉਹੀ ਚਿੱਠੀਆਂ ਨੂੰ ਫਿਰ ਬਾਅਦ ਦੇ ਵਿੱਚ ਇਹ ਆਧਾਰ ਬਣਾਇਆ ਗਿਆ ਕਿ ਉਹ ਚਿੱਠੀਆਂ ਮਾਓਵਾਦੀਆਂ ਨੂੰ ਲਿਖੀਆਂ ਗਈਆਂ ਨੇ। ਉਹ ਚਿੱਠੀਆਂ ਦੇ ਵਿੱਚ ਇਹ ਸਾਰਾ ਪਹਿਲਾਂ ਇੱਕ ਬੰਦੇ ਨੂੰ ਅਰੈਸਟ ਕੀਤਾ, ਫਿਰ ਉਹ ਚਿੱਠੀ ਦੂਜਿਆਂ ਨਾਲ ਵੀ ਸ਼ੇਅਰ ਕਰਦੀ ਦਿਖੀ ਗਈ, ਜਿਹੜੇ ਬਾਕੀ ਦੇ ਬੰਦਿਆਂ ਨਾਲ ਗੱਲਬਾਤ ਕਦੇ ਚੱਲੀ ਜਾਂ ਬਾਕੀ ਦੀਆਂ ਨੇ। ਤੇ ਜੇ ਉਹ ਚਿੱਠੀਆਂ ਕਿੱਥੋਂ ਆਈਆਂ, ਕਿਹੜੇ ਕੰਪਿਊਟਰ ਤੋਂ ਆਈਆਂ, ਕਿਸ ਤਰੀਕੇ ਨਾਲ, ਉਹ ਇਹ ਕਹਿ ਰਹੇ ਨੇ ਉਸੇ ਰਿਪੋਰਟ ਦੇ ਵਿੱਚ ਕਿ ਜਿਹੜਾ ਉਹਦੇ ਕੋਲ ਕੰਪਿਊਟਰ, ਇੱਕ ਤਾਂ ਉਹਨੇ ਦੇਖਿਆ ਨਹੀਂ ਉਹ, ਕਿਉਂਕਿ ਹਿਡਨ ਤੇ ਛੁਪੇ ਹੋਏ ਇੱਕ ਫਾਈਲ ਦੇ ਵਿੱਚ ਕਿਤੇ ਤੁਸੀਂ ਰੱਖੀਆਂ ਨੇ। ਦੂਜੀ ਗੱਲ ਉਹ ਇਹ ਕਹਿ ਰਹੇ ਨੇ ਵੀ ਇਹ ਵਰਡ ਦੀਆਂ ਫਾਈਲਾਂ ਨੇ ਜਿਹੜੇ ਮਾਈਕਰੋਸਾਫਟ ਦੇ ਕੰਪਿਊਟਰ ਤੋਂ ਉਹ ਆਈਆਂ ਨੇ। ਉਹ ਜਿਹੜਾ ਸੌਫਟਵੇਅਰ ਤਾਂ ਇਹਦੇ ਕੰਪਿਊਟਰ 'ਚ ਹੈ ਹੀ ਨਹੀਂ, ਉਹ ਲੇਟੈਸਟ ਕੰਪਿਊਟਰ ਸੀਗਾ ਜਿਹਦੇ 'ਚੋਂ ਆਈਆਂ, ਤੇ ਇਹਦੇ ਕੋਲ ਉਹ ਕੰਪਿਊਟਰ ਨਹੀਂ ਸੀ ਜਿਹਦੇ ਰਾਹੀਂ ਆਈਆਂ। ਇਸੇ ਲਈ ਇਹ ਵੀ ਸ਼ੱਕ ਦੀ ਇੱਕ ਉਸ ਲੈਵਲ 'ਤੇ ਗੱਲ ਹੁੰਦੀ ਹੈ। ਤੇ ਉਹ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਜੋੜਦੇ ਹੋ ਤੇ ਜਿਹੜੇ ਬੰਦੇ ਨੂੰ ਪਤਾ ਨਾ ਹੋਵੇ, ਜੇਕਰ ਉਹ ਉਹਦੇ 'ਚ ਸ਼ਾਮਲ ਹੀ ਨਹੀਂ ਹੈ ਮਾਮਲੇ ਦੇ ਵਿੱਚ, ਤਾਂ ਇਹਦਾ ਮਤਲਬ ਇਹ ਹੋਊਗਾ ਕਿ ਉਹਦੇ ਖਿਲਾਫ ਕਿੰਨੀ ਵੱਡੀ ਸਾਜ਼ਿਸ਼ ਘੜੇਗੀ। ਤੇ ਉਹ ਸਾਜ਼ਿਸ਼ ਕਿਹਨੇ ਘੜੀ, ਇਹ ਉਦੋਂ ਵੱਡਾ ਇਨਵੈਸਟੀਗੇਸ਼ਨ ਦਾ ਸਵਾਲ ਹੈ। ਤੇ ਇਸੇ ਨੂੰ ਆਧਾਰ ਬਣਾ ਕੇ ਕਿ ਇੱਕ ਦੇ ਖਿਲਾਫ ਫਿਰ ਦੂਜੇ ਫਿਰ ਤੀਜੇ ਦੇ ਤੁਸੀਂ ਇੱਕ ਪਲਾਂਟ ਸਰਚ, ਤਾਂ ਪਲਾਂਟਡ ਮਟੀਰੀਅਲ ਨਾਲ ਤੇ ਇੱਕ ਪਲਾਂਟਡ ਸਟੋਰੀ ਬਣਾਤੀ। ਉਹ ਸਟੋਰੀ ਜਿਹੜੀ ਹੈ ਤੁਹਾਡੀ ਦੂਜੇ ਬੰਦਿਆਂ ਨੂੰ ਗ੍ਰਿਫਤਾਰ ਕਰਨ ਤੇ ਉਹਨਾਂ ਨੂੰ ਪ੍ਰਚਾਰਨ, ਉਹਨਾਂ ਨੂੰ ਡੀਫੇਮ ਕਰਨ ਦਾ ਉਹ ਸਾਰਾ ਆਧਾਰ ਬਣ ਗਈ। ਬਿਲਕੁਲ। ਹੁਣ ਮੰਗ ਜਿਹੜੀ ਉਹ ਵਕੀਲ ਨੇ ਕੀਤੀ ਹੈ, ਉਹਨਾਂ ਦੇ ਨੇ, ਉਹ ਇਹ ਕੀਤੀ ਹੈ ਕਿ ਇਸ ਰਿਪੋਰਟ ਦੀ ਬੁਨਿਆਦ ਦੇ ਆਧਾਰ ਤੇ ਜਿਹੜਾ ਉਹਦਾ ਮੁਵੱਕਲ ਹੈ ਉਹਦੇ ਖਿਲਾਫ ਕੇਸ ਬਣਦਾ ਹੀ ਨਹੀਂ, ਕੇਸ ਖਾਰਜ ਹੋਣਾ ਚਾਹੀਦਾ, ਬਲਕਿ ਜਾਂਚ ਇਹਨੂੰ ਉਲਟ ਹੋਣੀ ਚਾਹੀਦੀ ਹੈ। ਹੁਣ ਕੋਰਟ ਕੀ ਉਹਦੇ 'ਚ ਵਿਊ ਲਏਗਾ? ਹਾਲਾਂਕਿ ਪਹਿਲਾਂ ਤਾਂ ਮੈਡੀਕਲ ਆਧਾਰ 'ਤੇ ਵੀ ਲੋਕਾਂ ਨੂੰ ਜ਼ਮਾਨਤਾਂ ਨਹੀਂ ਮਿਲੀਆਂ, ਪਰ ਇਹਦੇ 'ਤੇ ਕੀ ਮਿਲੇਗੀ ਜਾਂ ਨਹੀਂ ਉਹ ਅਲੱਗ ਸਵਾਲ ਹੈ। ਹੁਣ ਅਗਲਾ ਕੁਐਸਚਨ ਇਹ ਹੈ ਕਿ ਉਸੇ ਨੂੰ ਆਧਾਰ ਬਣਾ ਕੇ ਜੇ ਉਹਨਾਂ ਦੇ ਕੋਈ ਰਿਹਾਈ ਦੀ ਗੱਲ ਕਰਦਾ, ਇਦੋਂ ਪਹਿਲਾਂ ਵੀ ਇੱਥੇ ਰਿਪੋਰਟਾਂ ਆਈਆਂ ਨੇ
ਕਿੰਨੇ ਹੀ ਲੋਕਾਂ ਨੇ ਡਿਫੈਂਸ ਲਾਇਰਜ਼ ਨੇ ਜਿਹੜੇ ਉਹ ਕਹਿੰਦੇ ਰਹੇ ਕਿ ਇਹਨਾਂ ਦੇ ਖਿਲਾਫ ਸਾਜ਼ਿਸ਼ ਹੈ, ਇਹਨਾਂ ਦਾ ਕੋਈ ਰੋਲ ਨਹੀਂ, ਇਹਨਾਂ ਦਾ ਕੋਈ ਪਿਛੋਕੜ ਨਹੀਂ, ਇਹਨਾਂ ਦਾ ਕੋਈ ਗੱਲ ਨਹੀਂ ਇਹੋ ਜੀ। ਪਰ ਕਿਉਂਕਿ ਹੁਣ ਇੱਕ ਸਬੂਤ ਉਹਨਾਂ ਨੂੰ ਲੱਗ ਰਿਹਾ ਕਿ ਇੱਕ ਸਬੂਤ ਸਾਡੇ ਕੋਲ ਇਸ ਲੈਵਲ ਦਾ। ਪਹਿਲਾਂ ਤਾਂ ਉਹ ਜੋੜਦੇ ਸੀ ਕਿ ਇੱਥੋਂ ਇੱਥੇ ਤੱਕ ਆਹ ਲਕੂਨਾ, ਆਹ ਲਕੂਨਾ, ਆਹ ਲਕੂਨਾ, ਸਾਰੇ ਲਕੂਨੇ ਸੀ। ਹੁਣ ਇਸ ਰਿਪੋਰਟ ਤੇ ਦੇਸ਼ ਕੋਰਟਾਂ ਕੀ ਵਿਊ ਲੈਂਦੀਆਂ ਨੇ, ਇਸ ਰਿਪੋਰਟ ਤੇ ਦੇਸ਼ ਦੀ ਸਰਕਾਰ ਕੀ ਵਿਊ ਲੈਂਦੀ ਹੈ, ਇਸ ਰਿਪੋਰਟ ਦੀ ਅੱਗੋਂ ਇਨਵੈਸਟੀਗੇਸ਼ਨ ਕਿਵੇਂ ਹੁੰਦੀ ਹੈ, ਇਹ ਅਗਲਾ ਬੜਾ ਵੱਡਾ ਮਾਮਲਾ ਹੈ ਕਿ ਇਹਦੇ ਤੋਂ ਕਿਵੇਂ ਦੇਖਿਆ ਜਾਣਾ ਚਾਹੀਦਾ। ਜੇ ਇਹ ਰਿਪੋਰਟ ਸੱਚ ਹੋਊਗੀ ਉਸ ਲੈਵਲ ਦੀ ਤਾਂ ਇਹਦਾ ਮਤਲਬ ਇਹ ਹੋਏਗਾ ਕਿ ਛੋਟੀ ਸਾਜ਼ਿਸ਼ ਨਹੀਂ ਹੈ, ਇਹਦੇ 'ਚ ਬਹੁਤ ਵੱਡੀ ਪਲਾਨਿੰਗ ਜਿਹਦੇ 'ਚ ਹੋ ਸਕਦਾ ਸਟੇਟ ਦੀਆਂ ਏਜੰਸੀਆਂ, ਬਾਕੀ ਲੋਕ ਸਾਰੇ ਜੁੜੇ ਹੋਏ ਹੋਣਗੇ। ਤੇ ਇੱਕ ਜ਼ਮਾਨੇ ਤੱਕ ਇਹ ਤਾਂ ਦੇਖਿਆ ਸੀ ਫਿਰ ਕਿ ਆਮ ਪੁਲਿਸ ਦੇ ਵਿੱਚ ਕਹਿੰਦੇ ਸੀ ਵੀ ਛੋਟੀ ਜਿਹੀ ਭੁੱਕੀ ਦੀ ਪਾ ਦਿਓ, ਕਿਸੇ ਦੇ ਅਫੀਮ ਪਾ ਦਿਓ ਥਾਣਿਆਂ 'ਚ ਪਈ ਆ, ਜਿਹਦੇ ਨਾਲ ਨਹੀਂ ਬਣਦੀ ਉਹਨਾਂ ਨੂੰ ਕਰਕੇ ਮੁਕੱਦਮੇ ਇਹੋ ਜਿਹੇ ਹੋ ਜਾਂਦੇ ਸੀ। ਪਰ ਸਾਈਬਰ ਦੇ ਮਾਮਲੇ ਦੇ ਵਿੱਚ ਹੁਣ ਕਿੱਡੀ ਵੱਡੀ ਜ਼ਿਆਦਾ ਲੰਮੀ ਸਾਜ਼ਿਸ਼ ਕਿੰਨੇ ਸਾਲ ਪਹਿਲਾਂ ਤੋਂ ਕੀਤੀ ਜਾ ਸਕਦੀ ਹੈ, ਕਿਹੜੇ ਕਿਹੜੇ ਬੰਦਿਆਂ ਨੂੰ ਕਿਸ ਤਰੀਕੇ ਨਾਲ ਫਸਾਉਣਾ ਹੈ। ਜੇ ਇਹ ਗੱਲ ਸਾਬਤ ਹੋ ਜਾਂਦੀ ਹੈ ਤਾਂ ਇਹ ਬਹੁਤ ਵੱਡਾ ਇੱਕ ਕੁਐਸਚਨ ਮਾਰਕ ਹੈ, ਸਟੇਟ ਕਿਵੇਂ ਚੱਲਦੀ ਹੈ, ਕਿਵੇਂ ਨਹੀਂ ਚੱਲਦੀ ਹੈ, ਜਾਂ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੇ ਸਵਾਲ 'ਤੇ, ਜਾਂ ਜਿਹੜੇ ਲੋਕ ਵੱਖਰੇ ਵਿਚਾਰਾਂ ਦੇ ਨੇ, ਜਾਂ ਜਿਹੜੇ ਲੋਕਾਂ ਲਈ ਕੰਮ ਕਰਨਾ ਚਾਹੁੰਦੇ ਨੇ ਪਰ ਸਟੇਟ ਨਾਲੋਂ ਡਿਫਰ ਕਰਦੇ ਨੇ, ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਬਹੁਤ ਵੱਡਾ ਇੰਪੈਕਟ ਦੇਖਣ ਨੂੰ ਮਿਲੇਗਾ। ਜੀ ਹਮੀਰ ਸਿੰਘ ਜੀ, ਜਿਵੇਂ ਤੁਸੀਂ ਦੱਸਿਆ ਵੀ ਹੈ, ਵੈਸੇ ਵੀ ਸਮਾਜ ਦੇ ਵਿੱਚ ਜਿਹੜਾ ਹੈਗਾ ਇਸ ਰਿਪੋਰਟ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਜਿਹੜੇ ਹੈਗੇ ਖੜੇ ਹੋ ਰਹੇ ਨੇ। ਤੁਹਾਨੂੰ ਲੱਗਦਾ ਹੈ ਵੀ ਕਿ ਇਸ ਮਾਮਲੇ ਜਿਹੜੀ ਹੈਗੀ ਹੈ ਜਾਂਚ ਜਿਹੜੀ ਹੈਗੀ ਹੈ ਉਹ ਸਹੀ ਢੰਗ ਨਾਲ ਹੋ ਸਕੇਗੀ? ਹਾਂ, ਮਤਲਬ ਹੋਣੀ ਚਾਹੀਦੀ ਹੈ, ਹੋ ਸਕੇਗੀ ਤਾਂ ਨਹੀਂ ਕਿਹਾ ਜਾ ਸਕਦਾ, ਔਰ ਕਰਾਉਣੀ ਚਾਹੀਦੀ ਹੈ। ਜੇ ਇਹ ਦੇਸ਼ ਦੀ ਸਭ ਤੋਂ ਬੜੀ ਜਮਹੂਰੀਅਤ ਹੈ, ਜੇ ਇੱਕ ਐਸੀ ਰਿਪੋਰਟ ਸਾਹਮਣੇ ਆਈ ਹੈ, ਜਾਂ ਤਾਂ ਉਹ ਕੰਪਨੀ 'ਤੇ ਸਵਾਲ ਉਠਾਉਣਗੇ ਕਿ ਜਿਹੜੀ ਫਰਮ ਨੇ ਇਹਨੂੰ ਐਨਾਲਾਈਜ਼ ਕੀਤਾ ਵਿਸ਼ਲੇਸ਼ਣ, ਜਾਂ ਤਾਂ ਉਹਦਾ ਕਾਊਂਟਰ ਦੇਣਗੇ ਕੋਈ ਕਿ ਨਹੀਂ ਉਹਨੇ ਠੀਕ ਨਹੀਂ ਕੀਤਾ। ਜੇਕਰ ਉਹਦੀ ਗੱਲ 'ਚ ਵਜਨ ਹੈ, ਜਿਵੇਂ ਇੱਕ ਗੱਲ ਕਹੀ ਜਾ ਰਹੀ ਸੀ ਇਸੇ ਡਿਬੇਟ ਦੇ ਵਿੱਚ ਆ ਰਹੀ ਸੀ ਕਿ ਪਹਿਲਾਂ ਜਿਹੜੇ ਸਾਰੇ ਬੰਦਿਆਂ 'ਤੇ ਇਹ ਕਿਹਾ ਗਿਆ ਕਿ ਪ੍ਰਾਈਮਾ ਫੇਸੀ, ਤੁਰੰਤ ਦੇਖਣ ਦੇ ਆਧਾਰ 'ਤੇ ਲੱਗਦਾ ਕਿ ਇਹ ਬੰਦੇ ਸ਼ਾਮਲ ਨੇ, ਤਾਂ ਇਹ ਕਿਹਾ ਜਾ ਰਿਹਾ ਪ੍ਰਾਈਮਾ ਫੇਸੀ, ਤਾਂ ਫਿਰ ਇਹ ਰਿਪੋਰਟ ਦੇ ਆਧਾਰ 'ਤੇ ਵੀ ਇਹ ਨਜ਼ਰ ਆ ਰਿਹਾ ਕਿ ਇਹਨਾਂ ਦੇ ਖਿਲਾਫ ਵੀ ਸਾਜ਼ਿਸ਼ ਹੋਈ, ਵੀ ਇਹ ਗੱਲ ਨੂੰ ਵੀ ਬਚਿਆ ਜਾਣਾ ਚਾਹੀਦਾ। ਭਰੋਸੇਯੋਗਤਾ ਪੈਦਾ ਕਰਨ ਦੇ ਵਾਸਤੇ ਇਸ ਰਿਪੋਰਟ ਦੀ ਜਾਂਚ ਬੜੀ ਜ਼ਰੂਰੀ ਹੈ। ਪਰ ਨਾਲ ਦੀ ਨਾਲ ਇਹਦੇ ਤੋਂ ਕਈ ਹੋਰ ਗੰਢਾਂ ਖੁੱਲ੍ਹਣਗੀਆਂ। ਹੁਣ ਜੇ ਸਾਬਤ ਹੋ ਜਾਂਦੀ ਹੈ ਕਿ ਦੇਸ਼ ਜਾਂ ਦੁਨੀਆ ਦੇ ਕਿਸੇ ਕੰਪਿਊਟਰ ਤੋਂ ਇੱਕ ਪਲਾਨਿੰਗ ਦੇ ਤਹਿਤ ਤੁਹਾਡਾ ਕੰਪਿਊਟਰ ਹੈਕ ਕਰਕੇ ਉਹਦੇ 'ਚ ਕੁਝ ਵੀ ਪਾਇਆ ਜਾ ਸਕਦਾ ਹੈ, ਤਾਂ ਕੱਲ੍ਹ ਨੂੰ ਤਾਂ ਫਿਰ EVM ਮਸ਼ੀਨਾਂ 'ਚ ਵੀ ਪਾਇਆ ਜਾ ਸਕਦਾ, ਕੱਲ੍ਹ ਨੂੰ ਤਾਂ ਹਰ ਕੰਪਿਊਟਰਾਈਜ਼ਡ ਹਰ ਸੌਫਟਵੇਅਰ ਦੇ ਵਿੱਚ ਵੀ ਤੁਹਾਡਾ ਕੁਝ ਵੀ ਪਾਇਆ ਜਾ ਸਕਦਾ। ਤਾਂ ਫਿਰ ਲੋਕਾਂ ਦਾ ਜਿਹੜਾ ਇਹ ਲੌਜਿਕ ਨੇ, ਦਲੀਲਾਂ ਨੇ, ਉਹ ਦਲੀਲਾਂ ਨੂੰ ਵਜਨ ਮਿਲਣਾ ਸ਼ੁਰੂ ਹੋ ਜਾਏਗਾ ਕਿ ਇਹ ਚੀਜ਼ਾਂ ਫਿਰ ਕਿਵੇਂ ਹੋ ਸਕਦੀਆਂ। ਸਾਈਬਰ ਦੀ ਦੁਨੀਆ ਦੇ ਵਿੱਚ ਭਰੋਸਾ ਜਿਹੜਾ ਉਹ ਖਤਮ ਹੋਊਗਾ ਉਸ ਪੱਧਰ ਦੇ ਉੱਤੇ ਕਿ ਹਾਂ ਇਹਦੇ 'ਤੇ ਪੱਕਾ ਭਰੋਸਾ ਕੀਤਾ ਜਾ ਸਕਦਾ, ਇਹਦੇ ਨਾਲ ਛੇੜਛਾੜ ਨਹੀਂ ਹੋ ਸਕਦੀ। ਜਦੋਂ ਇਸ ਪੱਧਰ 'ਤੇ ਇੰਡੀਵਿਜੂਅਲ ਸਾਰੇ ਚੀਜ਼ਾਂ ਦੇ ਵਿੱਚ ਵੀ ਇਹ ਚੀਜ਼ਾਂ ਹੋ ਸਕਦੀਆਂ ਨੇ, ਤਾਂ ਬਾਕੀ 'ਤੇ ਵੀ ਹੋ ਸਕਦੀਆਂ ਨੇ। ਇਸ ਲਈ ਇਹ ਪੰਡੋਰਾ ਬਾਕਸ ਖੁੱਲੂਗਾ ਸਵਾਲਾਂ ਦਾ, ਇਕੱਲਾ ਇੱਕ ਸਵਾਲ ਦਾ ਨਹੀਂ ਹੈ। ਅਤੇ ਇਹਦੇ ਬਾਰੇ ਜਾਂਚ ਤਾਂ ਮਸਟ ਹੋਣੀ ਚਾਹੀਦੀ ਹੈ ਜਦੋਂ ਸਵਾਲ ਖੜੇ ਹੋ ਗਏ, ਨਹੀਂ ਤਾਂ ਉਹ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ, ਫਿਰ ਤਾਂ ਭਰੋਸੇਯੋਗਤਾ ਖਤਮ ਹੋ ਜਾਏਗੀ। ਜੀ ਹਮੀਰ ਸਿੰਘ ਜੀ, ਹੁਣ ਅਸੀਂ ਇੱਕ ਗੱਲ ਕਰਨੀ ਚਾਹਾਂਗੇ ਕਿਸਾਨੀ ਸੰਘਰਸ਼ ਬਾਰੇ। ਕੱਲ੍ਹ ਸੰਯੁਕਤ ਕਿਸਾਨ ਮੋਰਚੇ ਨੇ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਅਤੇ ਉੱਥੇ ਦੂਜੇ ਪਾਸੇ ਜਿਹੜਾ ਹੈਗਾ ਜਿਵੇਂ ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ 'ਚ ਕਿਸਾਨ ਮਹਾਪੰਚਾਇਤਾਂ ਹੋ ਰਹੀਆਂ ਸੀ, ਅੱਜ ਪੰਜਾਬ ਦੇ ਜਗਰਾਓਂ 'ਚ ਵੀ ਜਿਹੜੀ ਹੈਗੀ ਹੈ ਕਿਸਾਨ ਮਹਾਪੰਚਾਇਤ ਕੀਤੀ ਗਈ ਹੈ। ਅਤੇ ਇਸ ਮਹਾਪੰਚਾਇਤਾਂ ਦਾ ਅੰਦੋਲਨ 'ਤੇ ਕੀ ਅਸਰ ਪਵੇਗਾ? ਹਾਂ, ਬਿਲਕੁਲ ਇਹ ਸਾਬਤ ਕਰ ਰਹੀਆਂ ਨੇ ਜਿਹੜੀਆਂ ਮਹਾਪੰਚਾਇਤਾਂ ਹੋ ਰਹੀਆਂ ਨੇ ਕਿ ਅੰਦੋਲਨ ਹੁਣ ਲੋਕ ਅੰਦੋਲਨ ਕਿਵੇਂ ਬਣਿਆ ਹੋਇਆ, ਲੋਕਾਂ ਦੇ ਘਰ ਘਰ ਦੀ ਕਹਾਣੀ ਕਿਵੇਂ ਬਣੀ ਹੋਈ ਹੈ। ਜਗਰਾਓਂ ਦੇ ਵਿੱਚ ਵੀ ਇਹ ਕੋਈ ਜਥੇਬੰਦੀਆਂ ਨੇ ਆਪ ਕੋਸ਼ਿਸ਼ ਕਰਕੇ ਨਹੀਂ, ਮੇਰੇ ਖਿਆਲ ਉਹ ਬੁਲਾਈ, ਉਹ ਲੋਕਾਂ ਨੇ ਉਹਨਾਂ ਨੇ ਇੱਕ ਮੀਟਿੰਗ ਰੱਖੀ ਸੀ, ਕਾਨਫਰੰਸ, ਜਥੇਬੰਦੀਆਂ ਦੇ ਆਗੂਆਂ ਨੂੰ ਸੱਦਾ ਦਿੱਤਾ ਕਿ ਤੁਸੀਂ ਆਓ, ਅਤੇ ਉਹਦੇ 'ਚ ਜਥੇਬੰਦੀਆਂ ਦੇ ਆਗੂ ਆਏ। ਉਹਦੀ ਇੱਕ ਖਾਸੀਅਤ ਤਾਂ ਇਹ ਹੈ ਦੂਜਿਆਂ ਦੇ ਮੁਕਾਬਲੇ ਕਿ ਇਹ ਪਹਿਲਾ ਐਡਾ ਵੱਡਾ ਬੜੇ ਲੰਮੇ ਸਮੇਂ ਬਾਅਦ ਪੰਜਾਬ 'ਚ ਇਕੱਠ ਹੈ। ਆਪ ਮੁਹਾਰੇ ਜਿੰਨੇ ਵੱਡੇ ਪੱਧਰ 'ਤੇ ਆਏ, ਉਹ ਮੰਡੀ ਛੋਟੀ ਪੈਂਦੀ ਦਿਖਾਈ ਦਿੱਤੀ ਹੈ। ਔਰਤਾਂ ਵੀ, ਬੰਦੇ ਵੀ ਆਪਣੇ ਸਾਧਨਾਂ 'ਤੇ ਆਏ ਨੇ, ਕਿਸੇ ਨੇ ਬੁਲਾਏ ਨਹੀਂ, ਅਤੇ ਟਾਈਮ 'ਤੇ ਐਡਾ ਵੱਡਾ ਇਕੱਠ ਭਰਿਆ ਹੋਇਆ, ਸ਼ਾਮ ਤੱਕ ਲੀਡਰਾਂ ਨੂੰ ਸੁਣਦੇ ਰਹੇ ਨੇ। ਇੱਕ ਤਾਂ ਇਹ ਖਾਸੀਅਤ ਹੈ ਕਿ ਆਪ ਮੁਹਾਰੇ ਲੋਕ ਕਿਵੇਂ ਇੱਕ ਸੱਦੇ 'ਤੇ ਆਉਣ ਲਈ ਤਿਆਰ ਨੇ, ਕਿਵੇਂ ਲੋਕਾਂ ਦੇ ਘਰ ਘਰ ਦਾ ਅੰਦੋਲਨ ਬਣ ਗਿਆ। ਦੂਜਾ ਇਹ ਕਿ ਇਸ ਅੰਦੋਲਨ ਨੇ ਕਿਸਾਨਾਂ ਦੀ ਇਕਜੁੱਟਤਾ ਨੂੰ, ਕਿਸਾਨ ਜਥੇਬੰਦੀਆਂ ਦੀ ਨੂੰ ਵੀ ਹੋਰ ਸਾਬਤ ਕੀਤਾ ਹੈ। ਇਹ ਪਹਿਲਾ ਐਡਾ ਵੱਡਾ ਇਕੱਠ ਹੈ ਜਿਹਦੇ 'ਤੇ ਪੰਜਾਬ ਦੀਆਂ ਜਥੇਬੰਦੀਆਂ, ਜਿਹੜੀ BKU ਉਗਰਾਹਾਂ ਅਲੱਗ ਵੀ ਹੈ, ਉਹਦਾ ਮੋਰਚਾ ਵੀ ਅਲੱਗ ਹੈ ਆਪਦਾ, ਤਾਂ ਉਹ ਵੀ ਅਲੱਗ ਤਾਂ ਵੀ ਇਹਨਾਂ ਦੀ ਫੋਲੋ ਕਰਦੀ ਹੈ, ਪਰ ਉਹ ਇਕੱਠ ਦੇ ਵਿੱਚ ਬੰਦਿਆਂ ਦੇ ਤੌਰ 'ਤੇ ਅਤੇ ਲੀਡਰਾਂ ਦੇ ਤੌਰ 'ਤੇ ਸਾਂਝੀ ਸਟੇਜ ਤੋਂ ਬੋਲੇ ਨੇ। ਇਹਦਾ ਮਤਲਬ ਅੱਗੇ ਨੂੰ ਭਵਿੱਖ ਨਜ਼ਰ ਆ ਰਿਹਾ ਹੈ ਕਿ ਲੀਡਰ ਇਹ ਮਹਿਸੂਸ ਕਰ ਰਹੇ ਨੇ
ਕਿ ਹੁਣ ਏਕਾ ਹੋਰ ਮਜ਼ਬੂਤ ਕਰਨ ਦੀ ਲੋੜ ਹੈ ਔਰ ਇਹ ਏਕੇ ਦੇ ਤੌਰ ਤੇ ਦਿਖਾਉਣ ਦੀ ਵੀ ਲੋੜ ਹੈ ਤੇ ਉਹ ਦਿਖਾਇਆ ਗਿਆ ਏਕਾ ਇੱਕ ਮਜ਼ਬੂਤੀ ਦੀ ਗੱਲ ਕਰਦਾ ਕਿ ਉਸ ਪਾਸੇ ਵੱਲ ਚੀਜ਼ਾਂ ਜਾ ਰਹੀਆਂ ਨੇ ਜੀ। ਔਰ ਇਸੇ ਦੇ ਇੱਕ ਜਿਹੜਾ ਬੈਨਰ ਸੀ ਉੱਥੇ ਉਹ ਵੀ ਇਹ ਗੱਲ ਕਰਦਾ ਕਿ ਬਾਕੀ ਦੇ ਸਮਾਜ ਨੂੰ ਸ਼ਾਮਲ, ਉਹ ਕਿ ਸਰਬ ਸਮਾਜ ਮਹਾਪੰਚਾਇਤ, ਉਹ ਕਿਸਾਨ ਮਹਾਪੰਚਾਇਤ ਨਹੀਂ ਸੀ। ਜਿਹੜਾ ਵੱਡਾ ਬੈਨਰ ਜਿਨ੍ਹਾਂ ਨੇ ਉਹ ਸੱਦਿਆ ਸੀ ਉਹਨਾਂ ਨੇ ਬੈਨਰ ਲਾਇਆ ਹੋਇਆ ਸੀ ਕਿ ਸਰਬ ਸਮਾਜ ਮਹਾਪੰਚਾਇਤ ਹੈ। ਇਹਦਾ ਮਤਲਬ ਇਹ ਗੱਲ ਵੀ ਆਡੀਓ ਮਹਿਸੂਸ ਕੀਤੀ ਜਾਣ ਵਾਲੀ ਹੈ ਕਿ ਜਦੋਂ ਇਹ ਅੰਦੋਲਨ ਲੋਕ ਅੰਦੋਲਨ ਹੈ ਤਾਂ ਇਹਦਾ ਨਾਂ ਵੀ ਕਿਸਾਨ ਅੰਦੋਲਨ ਦੀ ਬਜਾਏ ਹੁਣ ਕਿਸਾਨ ਪੰਚਾਇਤ ਦੀ ਬਜਾਏ ਇਹ ਲੋਕ ਪੰਚਾਇਤਾਂ ਹੋਣਗੀਆਂ, ਜਨਤਕ ਪੰਚਾਇਤਾਂ ਹੋਣਗੀਆਂ, ਸਾਰੇ ਸਮਾਜ ਦੀਆਂ ਸਾਂਝੀਆਂ ਹੋਣਗੀਆਂ, ਜਿਹਦੇ 'ਚ ਇੱਕ ਬੜੇ ਵੱਡੇ ਤੌਰ ਤੇ ਹੁਣ ਦਲਿਤ ਭਾਈਚਾਰੇ ਦੀ ਸ਼ਮੂਲੀਅਤ ਕਰਾਉਣਾ ਉਹ ਹਮਦਰਦੀ ਹੈ, ਉਹਦੀ ਇੱਕ ਹਿੱਸਾ ਆ ਵੀ ਰਿਹਾ। ਪਰ ਵਿਆਪਕ ਹਮਦਰਦੀ ਦਾ ਸਵਾਲ ਹੈ ਕਿ ਉਹਨਾਂ ਦੇ ਵਿੱਚ ਇਨਵੋਲਵਮੈਂਟ ਕਿਵੇਂ ਕਰਨਾ ਹੈ ਔਰ ਉਹਨਾਂ ਦੀ ਇਨਵੋਲਵਮੈਂਟ ਕਰਾਉਣ ਦੇ ਲਈ ਕਿਸਾਨ ਜਥੇਬੰਦੀਆਂ ਨੂੰ ਵੀ ਖੁੱਲ੍ਹੇ ਮਨ ਦੇ ਨਾਲ ਉਹਨਾਂ ਨੂੰ ਗੱਲ ਲਾਉਣਾ ਤੇ ਉਹਨਾਂ ਦੀਆਂ ਸਟੇਜਾਂ ਦੇ ਵਿੱਚ ਸਾਂਝ ਪਾਉਣੀ ਤੇ ਉਹਨਾਂ ਨੂੰ ਆਗੂ ਭੂਮਿਕਾ ਦੇ ਵਿੱਚ ਲਿਆਉਣ ਦਾ ਜਿਹੜਾ ਸਵਾਲ ਹੈ ਉਸ ਲੈਵਲ ਦੇ ਉੱਤੇ। ਔਰ ਉੱਥੇ ਨਾਅਰੇ ਵੀ ਲੱਗੇ, ਬਲਕਿ ਇੱਕ ਬੀਬੀਆਂ ਨਾਅਰੇ ਲਾ ਰਹੀਆਂ ਸੀ ਖੂਬਸੂਰਤ। ਮੈਂ ਤਾਂ ਨਵਾਂ ਨਾਅਰਾ ਸੁਣਿਆ ਵੀ ਮੋਦੀ ਤੈਨੂੰ ਵਹਿਮ ਹੈ ਸਾਡਾ ਏਕਾ ਕਾਇਮ ਹੈ। ਇਹਦਾ ਮਤਲਬ ਉਸ ਪੱਧਰ ਦਾ ਜਿਹੜਾ ਇੱਕ ਚੀਜ਼ਾਂ ਆ ਰਹੀਆਂ ਨੇ, ਲੋਕਾਂ ਨੂੰ ਕੱਲੇ ਕੱਲੇ ਨੂੰ ਜੱਚ ਰਿਹਾ ਹੈ ਕਿ ਸਾਡੇ ਏਕੇ 'ਚ ਹੈ ਬਰਕਤ, ਸਾਡੇ ਅਮਨ ਪਸੰਦਗੀ 'ਚ ਹੈ ਬਰਕਤ। ਔਰ ਇਹਦੇ ਤੋਂ ਸ਼ਾਇਦ ਹੋਰ ਉਤਸ਼ਾਹਤ ਹੋਣਗੇ ਕਿਸਾਨ ਜਥੇਬੰਦੀਆਂ ਵੀ। ਔਰ ਅਗਲੀ ਗੱਲ ਇਹੀ ਹੈ ਕਿ ਹੁਣ ਇਸ ਨਿਰਣਾਇਕ ਮੋੜ ਤੇ ਇਹ ਸੰਘਰਸ਼ ਪਹੁੰਚ ਗਿਆ। ਜਦੋਂ ਪ੍ਰਧਾਨ ਮੰਤਰੀ ਕਿਸੇ ਨੂੰ ਅੰਦੋਲਨ ਜੀਵੀ ਬੁੱਧੀ, ਪਹਿਲਾਂ ਪ੍ਰਧਾਨ ਮੰਤਰੀ ਰਾਜ ਸਭਾ 'ਚ ਕਿਹਾ ਸੀ ਤੇ ਕਿਸਾਨਾਂ ਦਾ ਜਿਹੜਾ ਫਾਇਰਬੈਕ ਜਿਹੜਾ ਹੋਇਆ ਉਦੋਂ ਬਾਅਦ ਲੋਕ ਸਭਾ ਦੇ ਵਿੱਚ ਆ ਕੇ ਉਹਨਾਂ ਨੂੰ ਥੋੜਾ ਜਿਹੀ ਤਬਦੀਲੀ ਕਰਨੀ ਪਈ। ਉਹਨੇ ਕਿਹਾ ਨਹੀਂ, ਕਿਸਾਨ ਅੰਦੋਲਨ ਤਾਂ ਪਵਿੱਤਰ ਹੈ, ਪਰ ਉਹ ਤੇ ਬਾਹਰ ਵਾਲੇ ਜਿਹੜੇ ਬੰਦੇ ਨੇ ਉਹ ਅਪਵਿੱਤਰ ਕਰ ਰਹੇ ਨੇ, ਉਹ ਅੰਦੋਲਨ ਜੀਵੀ ਨੇ, ਕਿਸਾਨ ਅੰਦੋਲਨ ਨਹੀਂ ਹੈ। ਹੁਣ ਸਵਾਲ ਇਹ ਹੈ ਕਿ ਇੰਨੇ ਬੰਦਿਆਂ 'ਚੋਂ ਜਿਹੜਾ ਲੱਖਾਂ ਦੀ ਤਾਦਾਦ 'ਚ ਬੰਦੇ ਆਉਂਦੇ ਨੇ, ਇਹਨਾਂ 'ਚੋਂ ਕਿਵੇਂ ਅਲੱਗ ਕਰੋਗੇ ਕੌਣ ਅੰਦੋਲਨ ਜੀਵੀ ਹੈ, ਕੌਣ ਪਵਿੱਤਰ ਕਿਸਾਨ ਨਹੀਂ ਹੈ। ਔਰ ਜੇ ਪਵਿੱਤਰ ਕਿਸਾਨੀ ਦਾ ਸਵਾਲ ਹੈ, ਨਾਲ ਦੀ ਨਾਲ ਪ੍ਰਧਾਨ ਮੰਤਰੀ ਨੇ ਜਿਹੜੀਆਂ ਦੋ ਗੱਲਾਂ ਕੀਤੀਆਂ ਨੇ, ਇੱਕ ਗੱਲ ਇਹ ਕੀਤੀ ਕਿ ਟੋਲ ਪਲਾਜ਼ੇ ਤਾਂ ਸਾਰੀਆਂ ਪਾਰਟੀਆਂ ਦੇ ਰਾਜ 'ਚ ਸਹਿਮਤੀ ਨਾਲ ਬਣੇ ਨੇ। ਦੂਜੀ ਗੱਲ ਕੀਤੀ ਕਿ ਜਿਹੜੇ ਇੱਕ ਪਾਰਟੀਕੂਲਰ ਕੰਪਨੀ ਦੇ ਜਿਹੜੇ ਟਾਵਰ ਸੀਗੇ ਮੋਬਾਈਲ ਦੇ, ਇਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਜਿਹੜੀ ਗੱਲ ਹੈ, ਉਹ ਜਿਹੜੇ ਸਵਾਲ ਨੇ ਇਹ ਕਿਉਂ ਕੀਤਾ ਜਾ ਰਿਹਾ, ਇਹ ਗਲਤ ਹੈ। ਇਹਦੇ ਤੋਂ ਇੱਕ ਗੱਲ ਸਾਬਤ ਹੋ ਗਈ ਕਿ ਪ੍ਰਧਾਨ ਮੰਤਰੀ ਨੇ ਅਸਲ 'ਚ ਲਾਈਨ ਇਹ ਕੱਢੀ ਹੈ ਕਿ ਉਹਦਾ ਦੁੱਖ ਪ੍ਰਧਾਨ ਮੰਤਰੀ ਨੇ ਫੀਲ ਕੀਤਾ, ਮਹਿਸੂਸ ਕੀਤਾ, ਪਰ ਪ੍ਰਧਾਨ ਮੰਤਰੀ ਨੇ 200 ਤੋਂ ਵੱਧ ਜਿਹੜੇ ਜਾਨਾਂ ਦੇ ਚੁੱਕੇ ਕਿਸਾਨਾਂ ਦਾ ਦੁੱਖ ਤੇ ਠੰਡ ਦੇ ਵਿੱਚ ਬੈਠੇ ਤੇ ਇੰਨੇ ਲੋਕਾਂ ਦਾ ਬਾਰ-ਬਾਰ ਸੜਕਾਂ ਤੇ ਆਉਣ ਦਾ ਦੁੱਖ ਸ਼ਾਇਦ ਮਹਿਸੂਸ ਨਹੀਂ ਕੀਤਾ। ਉਹ ਤੇ ਦੋ ਸ਼ਬਦ ਨਹੀਂ ਬੋਲੇ ਕਿ ਇਹ ਗੱਲ ਗਲਤ ਹੈ। ਉਹਦੇ 'ਚੋਂ ਲਾਈਨ ਕੱਢੀ ਗਈ ਦਿਖਾਈ ਦੇ ਰਹੀ ਹੈ ਹਜੇ ਇੱਕ ਕਿ ਪ੍ਰਧਾਨ ਮੰਤਰੀ ਦਾ ਜਿਹੜਾ ਜਾਂ ਸਰਕਾਰ ਹੈ ਉਹ ਅਜੇ ਵੀ ਮਲਕ ਭਾਗੋ ਦੇ ਪਾਸੇ ਹੀ ਖੜੀ ਹੈ ਤੇ ਭਾਈ ਲਾਲੋ ਦੇ ਪਾਸੇ ਨਹੀਂ। ਭਾਈ ਲਾਲੋ ਲੜ ਰਿਹਾ ਮੈਦਾਨ ਦੇ ਵਿੱਚ ਉਸ ਪੱਧਰ ਦੇ ਉੱਤੇ। ਇਹ ਸਾਡੇ ਸਾਹਮਣੇ ਇੱਕ ਸੰਕਟ ਹੈ ਹੁਣ, ਔਰ ਉਸੇ ਸੰਕਟ ਦੇ ਵਿੱਚ ਹੀ ਜ਼ੋਰ ਅਜਮਾਈ ਹੋ ਰਹੀ ਹੈ ਤੇ ਉਸ ਜ਼ੋਰ ਅਜਮਾਈ 'ਚੋਂ ਇੱਕ ਗੱਲ ਕਲੀਅਰ ਦਿਖਾਈ ਦੇ ਰਹੀ ਹੈ ਕਿ ਗੌਰਮੈਂਟ ਪਿੱਛੇ ਤਾਂ ਹਟ ਰਹੀ ਹੈ ਪਰ ਦਾਵਾ ਅਜੇ ਇਹੀ ਕਰ ਰਹੀ ਹੈ, ਚਿਹਰਾ ਇਹੀ ਦਿਖਾਉਣਾ ਚਾਹੁੰਦੀ ਹੈ ਕਿ ਅਸੀਂ ਮਜ਼ਬੂਤ ਹਾਂ, ਅਸੀਂ ਕਿਸੇ ਗੱਲ ਨੂੰ ਨਹੀਂ ਮੰਨਾਂਗੇ। ਤੇ ਇਸੇ ਤਰੀਕੇ ਨਾਲ ਜਿਹੜਾ ਪ੍ਰਧਾਨ ਮੰਤਰੀ ਨੇ ਇੱਕ ਹੋਰ ਦਲੀਲ ਦਿੱਤੀ ਹੈ ਕਿ ਜੀ ਦੇਖੋ ਟੈਲੀਫੋਨ ਘਰ ਘਰ ਚਲੇ ਗਏ, ਤੇ ਬਾਕੀ ਟੈਲੀਫੋਨ ਘਰ ਘਰ ਚਲੇ ਗਏ ਜਾਂ ਨਾ ਚਲੇ ਗਏ, ਟੈਲੀਫੋਨ ਜਿਹੜੀ ਹੈ ਉਹ ਰੋਟੀ ਦੇ ਬਰਾਬਰ ਨਹੀਂ ਹੁੰਦਾ। ਜਿਹੜੀਆਂ ਕੰਪਨੀਆਂ ਨੇ ਤੁਸੀਂ ਕੀਤਾ, ਤੁਸੀਂ ਬਿਹਾਰ ਦੇ ਵਿੱਚ ਜਿਹੜਾ ਇਹੀ ਲਾਗੂ ਕੀਤਾ ਤੇ ਉੱਥੇ ਕੀ ਵਾਪਰਿਆ ਤੁਹਾਡੇ ਸਾਹਮਣੇ, ਅਮਰੀਕਾ ਕੈਨੇਡਾ 'ਚ ਕੀ ਵਾਪਰਿਆ ਤੁਹਾਡੇ ਸਾਹਮਣੇ ਹੈ। ਇਸ ਲਈ ਇਹ ਜਿਹੜਾ ਮੁਕਾਬਲਾ ਕਰਨਾ ਹੁੰਦਾ, ਮੁਕਾਬਲਾ ਦੋ ਬਰਾਬਰ ਦੀਆਂ ਚੀਜ਼ਾਂ 'ਚ ਕਰਨ ਦੀ ਲੋੜ ਹੁੰਦੀ ਹੈ। ਇਹ ਮੁਕਾਬਲੇ ਦੀ ਵਾਲੀਆਂ ਚੀਜ਼ਾਂ ਨਹੀਂ ਜਿਹੜੀਆਂ ਦਲੀਲਾਂ ਦੇ ਕੇ ਟਰਾਈ ਕੀਤੀ ਜਾ ਰਹੀ ਹੈ ਕਿ ਉਸ ਪਾਸੇ ਵੱਲ ਚੱਲੂ। ਸਵਾਲ ਇਹ ਉਹ ਕਹਿੰਦੇ ਨੇ ਜੀ ਖੁੱਲ੍ਹ ਦਿਓ, ਅਸੀਂ ਛੋਟੇ ਕਿਸਾਨ ਨੂੰ ਚਾਹੁੰਦੇ ਆ ਇਹ ਚੀਜ਼ਾਂ ਕਰਨਾ, ਪਰ ਜਿਹੜੀਆਂ ਪ੍ਰਾਈਵੇਟ ਇਨਵੈਸਟਮੈਂਟ ਹੋ ਰਹੀ ਹੈ, ਪ੍ਰਧਾਨ ਮੰਤਰੀ ਨੇ ਕਿਤੇ ਨਹੀਂ ਦੱਸਿਆ ਕਿ ਉਹ ਰੁਜ਼ਗਾਰ ਕਿੰਨਾ ਦੇ ਰਹੀ ਹੈ, ਕਿੰਨੀ ਪ੍ਰਾਈਵੇਟ ਇੰਡਸਟਰੀ ਨੇ ਰੁਜ਼ਗਾਰ ਕੀਤਾ, ਲੋਕਾਂ ਨੂੰ ਰੁਜ਼ਗਾਰ ਬਿਹੁਣੇ ਕੀਤਾ ਜਾਂ ਰੁਜ਼ਗਾਰ ਦੇ ਨਾਲ ਲੈਸ ਕੀਤਾ। ਜੇ ਇਹ ਗੱਲਾਂ ਪ੍ਰਧਾਨ ਮੰਤਰੀ ਦੱਸਣਗੇ ਤਾਂ ਹੀ ਤਾਂ ਚੀਜ਼ਾਂ ਪਤਾ ਲੱਗੂਗਾ ਨਾ ਕਿ ਆਹ ਗੱਲਾਂ ਨੇ ਰੁਜ਼ਗਾਰ ਪੈਦਾ ਹੋ ਰਿਹਾ। ਜੇ ਰੁਜ਼ਗਾਰ ਪੈਦਾ ਨਹੀਂ ਹੋ ਰਿਹਾ, ਪ੍ਰਾਈਵੇਟ ਬੰਦੇ ਨੂੰ ਤੇ ਉਹਦੇ ਮੁਨਾਫੇ 'ਚ ਹੀ ਵਾਧਾ ਹੋ ਰਿਹਾ, ਤਾਂ ਉਹਦਾ ਕੋਈ ਮਤਲਬ ਨਹੀਂ ਹੈ ਕਿਸਾਨੀ ਦੇ ਲਈ ਤੇ ਬਾਕੀ ਲੋਕਾਂ ਦੇ ਵਾਸਤੇ। ਇਸੇ ਕਰਕੇ ਬਹੁਤ ਵੱਡਾ ਸਵਾਲ ਹੈ, ਪਾਲਿਸੀ ਦਾ ਸਵਾਲ ਹੈ, ਇਸੇ ਕਰਕੇ ਕੇਂਦਰ ਤੇ ਰਾਜਾਂ ਦੇ ਸੰਬੰਧਾਂ ਦਾ ਵੀ ਸਵਾਲ ਹੈ, ਇਸੇ ਕਰਕੇ ਕਾਰਪੋਰੇਟ ਬਨਾਮ ਭਾਈਚਾਰਕ ਜਾਂ ਸਮੂਹਿਕ ਖੇਤੀ ਦਾ ਵੀ ਸਵਾਲ ਹੈ। ਇਹ ਬੜੇ ਦੋ ਅਲੱਗ-ਅਲੱਗ ਪਹਿਲੂ ਨੇ, ਦੋਨੇ ਅਲੱਗ-ਅਲੱਗ ਪਹਿਲੂਆਂ ਦੇ ਉੱਤੇ ਡਿਬੇਟ ਹੋਰ ਹੋਏਗੀ। ਤੇ ਹੋਰ ਡਿਬੇਟ 'ਚ ਇੱਕ ਗੱਲ ਕਿਸਾਨ ਪੰਚਾਇਤਾਂ 'ਚ ਲੋਕਾਂ ਦਾ ਇਕੱਠ ਨਜ਼ਰ ਆ ਰਿਹਾ ਹੈ ਕਿ ਇਹ ਛੇਤੀ ਦਮ ਤੋੜਨ ਵਾਲਾ ਅੰਦੋਲਨ ਨਹੀਂ ਹੈ, ਇਹ ਆਰ-ਪਾਰ ਦੀ ਲੜਾਈ ਦੇ ਦਮ ਵਾਲਾ ਅੰਦੋਲਨ ਦਿਖਾਈ ਦੇ ਰਿਹਾ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ।
ਕੱਲ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।